ਝੱਲ ਦਾ ਆਸਰਾ ਲੈ ਲਿਆ ਤੇ ਕਹਿੰਦੇ ਤਾਂ ਕਰਕੇ ਇਸ ਜਿਹੜੀ ਵੱਡੀ ਤਕੜੀ ਹਠੀਲੀ ਫੌਜ ਸੀ ਨਾ ਵਿਕਾਰਾਂ ਦੀ, ਉਹਦਾ ਮਲੀਆ ਮੇਟ ਕਰ ਦਿੱਤਾ। ਉਚਾਰਨ ਕਰੋ ਸਤਿਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ, ਗੁਰੂ ਸਾਹਿਬ ਜੀ ਕਹਿੰਦੇ ਸੰਚ ਹਰ ਧਨ ਪੂਜ ਸਤਿਗੁਰ ਛੋੜ ਸਗਲ ਵਿਕਾਰ। ਇੱਕ ਮੈਂ ਬੇਨਤੀ ਹੋਰ ਕਰਾਂ, ਅਸਲ ਵਿੱਚ ਜਿਸ ਚੀਜ਼ ਨੂੰ ਛੱਡਣਾ ਹੋਵੇ, ਜਿਹਦਾ ਤਿਆਗ ਕਰਨਾ, ਵੈਸੇ ਪਰਮਾਤਮਾ ਨੇ ਸਾਡੇ ਅੰਦਰ ਦੋਵੇਂ ਬਿਰਤੀਆਂ ਪਾਈਆਂ ਹਨ। ਬਦੀ ਵੀ ਸਾਡੇ ਅੰਦਰ ਹੈ ਤੇ ਨੇਕੀ ਵੀ ਸਾਡੇ ਅੰਦਰ ਹੈ। ਅੰਮ੍ਰਿਤ ਵੀ ਅੰਦਰ ਹੈ ਤੇ ਵਿਕਾਰ ਵੀ ਸਾਡੇ ਅੰਦਰ ਹੈ। ਇਸੇ ਤਰ੍ਹਾਂ ਸੱਜਣ ਤੇ ਦੁਸ਼ਮਣ ਵਾਲੀ ਭਾਵ ਨਫ਼ਰਤ ਈਰਖਾ ਉਹ ਵੀ ਸਾਡੇ ਅੰਦਰ ਹੈ ਤੇ ਪਿਆਰ ਵੀ ਸਾਡੇ ਅੰਦਰ ਹੈ। ਪਰਮਾਤਮਾ ਨੇ ਸਾਰਾ ਕੁਝ ਨਾ ਇਸ ਸਰੀਰ ਵਿੱਚ ਪਾਇਆ ਹੈ। ਕਾਇਆ ਸਰੀਰ ਹੈ ਵਿੱਚ ਸਭ ਕੁਝ ਪਾਇਆ, ਸਾਰਾ ਕੁਝ ਇਹਦੇ ਅੰਦਰ ਹੈ। ਲੇਕਿਨ ਅੰਦਰਲੀ ਜਿਹੜੀ ਚੀਜ਼ ਨੂੰ ਮਰਜ਼ੀ ਤੁਸੀਂ ਜਗਾ ਲਓ, ਉਹ ਚੀਜ਼ ਪ੍ਰਗਟ ਹੋ ਜਾਂਦੀ ਹੈ। ਜਿਸ ਚੀਜ਼ ਨੂੰ ਚੇਤੇ ਕਰਦੇ ਹੋ ਨਾ, ਜਿਹਨੂੰ ਚੇਤੇ ਕਰਦੇ ਹੋ, ਜੇ ਤੁਸੀਂ ਦੁਸ਼ਮਣ ਨੂੰ ਚੇਤੇ ਕਰਦੇ ਰਹੋਗੇ, ਭਾਵ ਤੁਸੀਂ ਕਲਪਨਾ ਵਿੱਚ ਕਿਸੇ ਨੂੰ ਦੁਸ਼ਮਣ ਬਣਾ ਲਿਆ, ਦੁਸ਼ਮਣ ਬਣਾ ਕੇ ਉਹਨੂੰ ਚੇਤਾ ਕਰਨਾ ਸ਼ੁਰੂ ਕਰਤਾ, ਜੇ ਉਹਨੂੰ ਚੇਤਾ ਕਰਦੇ ਰਹੋਗੇ ਫਿਰ ਪੈਦਾ ਕੀ ਹੋਏਗਾ? ਘਿਰਨਾ, ਨਫ਼ਰਤ, ਈਰਖਾ, ਦੁਵੇਸ਼। ਇਹ ਚੀਜ਼ਾਂ ਅੰਦਰੋਂ ਪ੍ਰਗਟ ਹੋ ਜਾਣਗੀਆਂ ਆਪਣੇ ਆਪ ਹੀ, ਇਹ ਜਾਗ ਪੈਣਗੀਆਂ। ਤੇ ਜੇ ਤੁਸੀਂ ਪਰਮਾਤਮਾ ਵਾਲੇ ਪਾਸੇ ਧਿਆਨ ਰੱਖੋਗੇ, ਉਹਨੂੰ ਚੇਤੇ ਕਰੋਗੇ, ਤੇ ਫਿਰ ਅੰਦਰੋਂ ਪਿਆਰ ਪੈਦਾ ਹੋ ਜਾਊਗਾ ਆਪਣੇ ਆਪ। ਜਿਹੜੀ ਚੀਜ਼ ਮਰਜ਼ੀ ਤੁਸੀਂ ਅੰਦਰੋਂ ਪ੍ਰਗਟ ਕਰ ਲਓ, ਸਾਰਾ ਕੁਝ ਅੰਦਰ ਹੈ। ਗੁਰੂ ਸਾਹਿਬ ਜੀ ਤਾਂ ਹੀ ਕਹਿੰਦੇ ਨੇ ਕਿ ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਹੰਕਾਰਾ, ਅੰਮ੍ਰਿਤ ਲੁਟੈ ਮਨਮੁਖ ਨਹੀਂ ਬੁਝੈ, ਕੋਈ ਨਾ ਸੁਣੈ ਪੁਕਾਰਾ। ਸਰੀਰ ਵਿੱਚ ਸਾਰਾ ਕੁਝ, ਜਿਹੜੀ ਚੀਜ਼ ਮਰਜ਼ੀ ਤੁਸੀਂ ਚੇਤੇ ਕਰਨ ਲੱਗ ਜਾਂਦੇ ਹੋ, ਉਹ ਚੀਜ਼ ਪ੍ਰਗਟ ਹੋ ਜਾਂਦੀ ਹੈ। ਤੁਸੀਂ ਨੇਕੀ ਦੇ ਸੰਬੰਧ ਵਿੱਚ ਕੁਝ ਪੜ੍ਹਨਾ ਸ਼ੁਰੂ ਕਰਦੇ ਹੋ, ਫਲਾਣੇ ਨੇ ਨੇਕੀ ਕੀਤੀ ਹੈ, ਫਲਾਣੇ ਨੇ ਨੇਕੀ ਕੀਤੀ ਹੈ, ਫਲਾਣੇ ਨੇ ਪਰਉਪਕਾਰ ਕੀਤਾ ਹੈ, ਤੁਹਾਡੇ ਅੰਦਰੋਂ ਪਰਉਪਕਾਰ ਦੀ ਨੇਕੀ ਦੀ ਭਾਵਨਾ ਪੈਦਾ ਹੋ ਜਾਏਗੀ। ਤੇ ਜੇ ਤੁਸੀਂ ਬਦੀ ਵਾਲੇ ਬੰਦਿਆਂ ਨੂੰ ਪੜ੍ਹਨਾ ਸ਼ੁਰੂ ਕਰ ਦਿਓਗੇ, ਇੱਕ ਨੂੰ, ਦੋਹਾਂ ਨੂੰ, ਤਿੰਨਾਂ ਨੂੰ, ਚਾਰਾਂ ਨੂੰ ਪੜ੍ਹੋਗੇ, ਤੁਹਾਡੇ ਅੰਦਰ ਵੀ ਬਦੀ ਪੈਦਾ ਹੋ ਜਾਏਗੀ। ਭਾਵ ਜਿਹੜੀ ਚੀਜ਼ ਨੂੰ ਮਰਜ਼ੀ ਤੁਸੀਂ ਜਗਾ ਲਓ, ਹਰ ਇੱਕ ਚੀਜ਼ ਅੰਦਰ ਪਈ ਹੈ। ਤਾਂ ਗੁਰੂ ਸਾਹਿਬ ਜੀ ਬਾਣੀ 'ਚ ਕਹਿੰਦੇ ਨੇ ਕਿ ਜਿਹਨੂੰ ਤੁਸੀਂ ਮਨੋਂ ਵਿਸਾਰ ਦਿੱਤਾ, ਭੁਲਾ ਦਿੱਤਾ, ਉਹ ਚੀਜ਼ ਤੁਹਾਡੇ ਅੰਦਰੋਂ ਮਰ ਜਾਏਗੀ, ਉਹਦੀ ਮੌਤ ਹੋ ਜਾਏਗੀ। ਸੋ ਹੁਆ ਜਿਸ ਮਨੋਂ ਵਿਸਾਰੈ। ਗੁਰੂ ਸਾਹਿਬ ਜੀ ਕਹਿੰਦੇ ਉਹ ਮਰ ਗਿਆ ਜਿਹਨੂੰ ਮਨੋਂ ਵਿਸਾਰ ਦਿੱਤਾ। ਇਹ ਬੰਦੇ ਵਾਸਤੇ ਤੇ ਨਹੀਂ ਆਖਿਆ, ਇਹ ਪਰਮਾਤਮਾ ਵਾਲੇ ਪਾਸੇ ਲਾ ਲਓ। ਜੇ ਤੁਸੀਂ ਪਰਮਾਤਮਾ ਨੂੰ ਮਨੋਂ ਵਿਸਾਰ ਦਿੱਤਾ, ਤੁਹਾਡੇ ਵਾਸਤੇ ਰੱਬ ਵੀ ਹੈ ਨਹੀਂ। ਜੇ ਰੱਬ ਨੂੰ ਵਿਸਾਰ ਦਿੱਤਾ ਨਾ ਮਨੋਂ, ਫਿਰ ਰੱਬ ਵੀ ਹੈ ਨਹੀਂ। ਜੇ ਤੁਸੀਂ ਕਿਸੇ ਵੀ ਜਿਹੜੀ ਚੀਜ਼ ਨੂੰ ਛੱਡਣਾ ਚਾਹੁੰਦੇ ਹੋ, ਉਹ ਚੀਜ਼ ਦੀ ਸਿਮਰਤੀ ਕਰਨੀ, ਉਹਨੂੰ ਚੇਤੇ ਕਰਨਾ ਬੰਦ ਕਰ ਦਿਓ। ਜਦੋਂ ਚੇਤਾ ਕਰਨਾ ਬੰਦ ਕਰ ਦਿਓਗੇ, ਉਹ ਚੀਜ਼ ਖਤਮ ਹੋ ਜਾਏਗੀ। ਜਿਹੜਾ ਚੇਤਾ ਹੈ ਨਾ, ਤੁਸੀਂ ਪਰਮਾਤਮਾ ਨੂੰ ਚੇਤੇ ਕਰਦੇ ਰਹੋ, ਚੇਤੇ ਕਰਦਿਆਂ ਪਰਮਾਤਮਾ ਸਾਖਿਆਤ ਹੋ ਜਾਂਦਾ। ਸਾਖਿਆਤ ਦਾ ਮਤਲਬ ਸਮਝ ਲਓ, ਸਾਖਸ਼ਾਤਕਾਰ। ਪਰਮਾਤਮਾ ਨੂੰ ਚੇਤੇ ਕਰਦੇ ਰਹੋ ਤੇ ਪਰਮਾਤਮਾ ਸਾਖਿਆਤ ਹੋ ਜਾਂਦਾ। ਜੇ ਤੁਸੀਂ ਵਿਕਾਰਾਂ ਦੇ ਸੰਬੰਧ ਵਿੱਚ ਗੱਲਬਾਤ ਕਰਨੀ ਸ਼ੁਰੂ ਕਰ ਦਿਓਗੇ, ਦੇਖਣਾ, ਪੜ੍ਹਨਾ, ਸੁਣਨਾ,
ਤੇ ਉਹ ਜਿਹੜੇ ਵਿਕਾਰ ਨੇ ਨਾ ਕੁਕਰਮ ਨੇ, ਕੁਕਰਮ ਸਾਖਿਆਤ ਹੋ ਜਾਣਗੇ। ਜੇ ਵਿਕਾਰਾਂ ਦੇ ਸੰਬੰਧ ਵਿੱਚ ਦੇਖਣਾ ਪੜ੍ਹਨਾ ਸ਼ੁਰੂ ਕਰੋਗੇ ਤੇ ਕੁਕਰਮ ਸਾਖਿਆਤ ਹੋ ਜਾਣਗੇ। ਹਰ ਇੱਕ ਚੇਤਾ ਸਾਡੇ ਅੰਦਰ ਦੀ ਗੁਪਤ ਬੈਠੀ ਹੋਈ ਚੀਜ਼ ਨੂੰ ਸਾਖਿਆਤ ਕਰ ਦਿੰਦਾ ਹੈ। ਤਾਂ ਹੀ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਜਿਹਨੂੰ ਤੁਸੀਂ ਮਨੋਂ ਵਿਸਾਰ ਦਿੱਤਾ ਉਹ ਸਮਝੋ ਤੁਹਾਡੇ ਵਾਸਤੇ ਮਰ ਗਿਆ। ਮਹਾਂਪੁਰਸ਼ ਪਰਮਾਤਮਾ ਨੂੰ ਇਸ ਕਰਕੇ ਚੇਤੇ ਕਰਦੇ ਨੇ। ਪਰਮਾਤਮਾ ਨੂੰ ਚੇਤੇ ਕਰਦਿਆਂ ਸਮਝੋ ਸੰਸਾਰ ਜਿਹੜਾ ਹੈ ਨਾ ਉਹਨਾਂ ਦਾ ਖਤਮ ਹੀ ਹੋ ਜਾਂਦਾ, ਉਹਨਾਂ ਦਾ ਸੰਸਾਰ ਛੁੱਟ ਜਾਂਦਾ, ਉਹਨਾਂ ਵਾਸਤੇ ਸੰਸਾਰ ਮਰ ਜਾਂਦਾ, ਬਸ ਕੱਲਾ ਰੱਬ ਹੀ ਰਹਿ ਜਾਂਦਾ। ਉਹ ਮੈਂ ਬੇਨਤੀ ਕਰ ਰਿਹਾ ਸੀ, ਸੰਚ ਹਰ ਤਨ ਪੂਜ ਸਤਿਗੁਰ ਛੋੜ ਸਗਲ ਵਿਕਾਰ। ਵਿਕਾਰਾਂ ਨੂੰ ਛੱਡ ਜਿਨ ਤੂੰ ਸਾਜ ਸਵਾਰਿਆ, ਹਰ ਸਿਮਰ ਕੋਈ ਉਧਾਰ। ਜਿਹਨੇ ਪ੍ਰਮਾਤਮਾ ਨੇ ਤੈਨੂੰ ਸਾਜਿਆ ਹੈ, ਫਿਰ ਤੈਨੂੰ ਸਵਾਰਿਆ ਹੈ, ਉਸ ਹਰੀ ਦਾ ਨਾਮ ਸਿਮਰ। ਜੇ ਉਹਦਾ ਨਾਮ ਸਿਮਰੇਗਾ ਤੇ ਤੇਰਾ ਆਧਾਰ ਹੋਏਗਾ, ਭਾਵ ਤੇਰਾ ਭਲਾ ਹੋ ਜਾਏਗਾ। ਤਾਂ ਹੀ ਅਸੀਂ ਪੜ੍ਹਦੇ ਸਾਂ, ਏਕ ਨਾਮ ਆਧਾਰ ਭੌਜਲ ਤਰਦੀ ਹੈ। ਇੱਕ ਨਾਮ ਦੇ ਆਧਾਰ ਨਾਲ, ਨਾਮ ਦੇ ਆਸਰੇ ਹੀ ਭਵਜਲ ਤੋਂ ਤਰਿਆ ਜਾ ਸਕਦਾ ਹੈ, ਨਾਮ ਹੀ ਤਾਰ ਸਕਦਾ ਹੈ। ਤੇਰਾ ਏਕ ਨਾਮ ਤਾਰੇ ਸੰਸਾਰ। ਮੈਂ ਇਹ ਆਸ, ਇਹ ਆਧਾਰ। ਗੁਰੂ ਸਾਹਿਬ ਜੀ ਕਹਿੰਦੇ ਮੈਨੂੰ ਆਸ ਹੀ ਇਹੋ ਹੈ ਤੇ ਇਹੋ ਹੀ ਮੇਰਾ ਆਧਾਰ ਹੈ ਜੀਵਨ ਦਾ। ਕਹਿੰਦੇ ਤੇਰਾ ਨਾਮ ਹੀ ਸੰਸਾਰ ਸਮੁੰਦਰ ਤੋਂ ਪਾਰ ਕਰਦਾ ਹੈ, ਨਾਮ ਤਾਰਦਾ ਹੈ। ਅਸੀਂ ਪੜ੍ਹਦੇ ਹਾਂ, ਕਿਸੇ ਕਵੀ ਨੇ ਲਿਖਿਆ, ਨਾਮ ਬੇੜੀ ਸੰਤ ਮਲਾ ਪਾਰ ਕਰਦੇ ਖਾਮਖਾ। ਨਾਮ ਸਮਝੋ ਬੇੜੀ ਹੈ ਤੇ ਸੰਤ ਜਿਹੜੇ ਹੁੰਦੇ ਨੇ ਨਾ ਉਹ ਮਲਾਹ ਹੁੰਦੇ ਨੇ। ਬੇੜੀ ਨੂੰ ਮਲਾਹ ਚਲਾਉਂਦਾ ਨਾ, ਕਹਿੰਦੇ ਸੰਤ ਮਲਾਹ ਹੁੰਦੇ ਨੇ। ਤੇ ਜਿਵੇਂ ਮਲਾਹ ਜਿਹੜਾ ਹੈ ਉਹ ਹਰ ਇੱਕ ਨੂੰ ਆਵਾਜ਼ ਮਾਰਦਾ ਵੀ ਆ ਜਾਓ ਭਾਈ ਆ ਜਾਓ। ਕਹਿੰਦੇ ਉਹ ਖਾਮਖਾਈ ਸੰਤ ਪਾਰ ਕਰ ਦਿੰਦੇ ਨੇ। ਕਹਿੰਦੇ ਨੇ ਧੱਕੇ ਨਾਲ ਹੀ ਆ ਕੇ ਬਹਿ ਜਾਓ, ਸਵਾਰ ਹੋ ਜਾਓ। ਤੇ ਬਾਬਾ ਜੀ ਜਿਹੜਾ ਵੀ ਕੋਈ ਉਹਨਾਂ ਦੇ ਪਾਸ ਆਉਂਦਾ ਹੈ, ਹੁਣ ਤੇ ਬਹੁਤਾ ਬਚਨ ਨਹੀਂ ਕਰਦੇ। ਪਹਿਲਾਂ ਤਕਰੀਬਨ ਬਾਬਾ ਜੀ ਪੁੱਛਦੇ ਸਨ ਕਿ ਭਾਈ ਅੰਮ੍ਰਿਤ ਪਾਨ ਕੀਤਾ ਹੈ? ਜੇ ਉਹ ਕਹਿੰਦਾ ਸੀ ਨਹੀਂ ਤਾਂ ਫਿਰ ਕਹਿੰਦੇ ਸਨ ਜ਼ਰੂਰ ਕਰੋ। ਭਾਵ ਕਲਗੀਧਰ ਪਾਤਸ਼ਾਹ ਜੀ ਨੇ ਇਹ ਜਿਹੜਾ ਅੰਮ੍ਰਿਤ ਹੈ ਨਾ, ਇਹ ਵੀ ਸਾਡੇ ਭਲੇ ਵਾਸਤੇ ਦਿੱਤਾ ਹੈ, ਇਹਦੇ ਵਿੱਚ ਸਾਡਾ ਭਲਾ ਹੈ। ਫਿਰ ਬਾਬਾ ਜੀ ਜਿਹੜਾ ਕਹਿੰਦਾ ਸੀ ਅੰਮ੍ਰਿਤ ਛਕਿਆ ਹੋਇਆ, ਉਹਨੂੰ ਫਿਰ ਪੁੱਛਦੇ ਸਨ ਕਿ ਤੂੰ ਕੋਈ ਨਿਤਨੇਮ ਕਰਦਾ, ਬਾਣੀ ਪੜ੍ਹਦਾ? ਜਿਹੜਾ ਕਹਿੰਦਾ ਸੀ ਜੀ ਨਹੀਂ ਮੇਰਾ ਨਿਤਨੇਮ ਕੋਈ ਨਹੀਂ, ਫਿਰ ਉਹਨੂੰ ਨਿਤਨੇਮ ਦੀ ਪ੍ਰੇਰਨਾ ਦਿੰਦੇ ਸੀ। ਜਿਹੜਾ ਕਹਿੰਦਾ ਸੀ ਨਿਤਨੇਮ ਕਰਦਾ, ਉਹਨੂੰ ਕਹਿੰਦੇ ਸਨ ਹੋਰ ਵੱਧ ਕਰਿਆ। ਸੋ ਕਹਿਣ ਤੋਂ ਭਾਵ ਜਿਹੜੇ ਮਹਾਂਪੁਰਸ਼ ਨੇ ਉਹ ਦੂਸਰੇ ਦੇ ਜੀਵਨ ਦੇ ਉੱਤੇ ਦ੍ਰਿਸ਼ਟੀ ਰੱਖਦੇ ਨੇ। ਬਾਬਾ ਈਸ਼ਰ ਸਿੰਘ ਜੀ ਮਹਾਰਾਜ ਗਏ ਕਲਕੱਤੇ। ਕਲਕੱਤੇ ਬਾਬਾ ਜੀ ਨੇ ਟਾਈਮ ਦਿੱਤਾ ਤੇ ਉੱਥੇ ਬਾਬਾ ਜੀ 1-2 ਦਿਨ ਵਚਨ ਕੀਤੇ ਬਾਬਾ ਜੀ ਨੇ। ਤੇ ਦੂਜੇ ਤੀਜੇ ਦਿਨ ਬਾਬਾ ਜੀ ਕਹਿਣ ਲੱਗੇ ਵੀ ਅਸੀਂ ਤੇ ਵਾਪਸ ਜਾਣਾ ਹੈ, ਸਾਡੀ ਤਿਆਰੀ ਹੈ। ਤੇ ਜਿਹੜੇ ਉਹ ਸੰਗੀ ਸਨ ਨਾ, ਜਿਹੜੇ ਬੇਨਤੀ ਕਰਕੇ ਲੈ ਕੇ ਗਏ ਸਨ, ਉਹ ਬਾਬਾ ਜੀ ਨੂੰ ਕਹਿਣ ਲੱਗੇ ਬਾਬਾ ਜੀ ਮਸਾਂ ਤਾਂ ਇੰਨੀ ਵਾਰ ਆਏ ਹੋ ਤੁਸੀਂ, ਫਿਰ ਕਿਹੜਾ ਰੋਜ਼ ਆਇਆ ਕਰਨਾ ਹੈ, ਤੁਸੀਂ ਹੁਣ ਕੁਝ ਸਮਾਂ ਇੱਥੇ ਲਾਓ, ਕੋਈ ਮਹੀਨਾ 2 ਮਹੀਨੇ ਤਾਂ ਰਹੋ ਨਾ। ਬਾਬਾ ਜੀ ਕਹਿਣ ਲੱਗੇ ਭਾਈ ਜਿੱਥੇ ਕਿਸੇ ਵਪਾਰੀ ਦਾ ਸੌਦਾ ਨਾ ਵਿਕਦਾ ਹੋਵੇ ਉੱਥੇ ਫਿਰ ਰਹਿਣਾ ਉਹਨੂੰ ਚੰਗਾ ਨਹੀਂ ਲੱਗਦਾ। ਬਾਬਾ ਜੀ ਕਹਿੰਦੇ ਇੱਥੇ ਸਾਡਾ ਸੌਦਾ ਹੀ ਨਹੀਂ ਵਿਕਦਾ। ਉਹ ਕਹਿਣ ਲੱਗੇ ਬਾਬਾ ਜੀ
ਸੌਦਾ ਕਿਹੜਾ ਹੈ? ਬਾਬਾ ਜੀ ਕਹਿੰਦੇ ਅਸੀਂ ਖੰਡੇ ਬਾਟੇ ਦਾ ਅੰਮ੍ਰਿਤ ਛਕਾਉਣ ਦਾ ਬੀੜਾ ਚੁੱਕਿਆ ਹੋਇਆ ਹੈ। ਅਸੀਂ ਸਮਝੋ ਕਮਰ ਕਸਾ ਕੀਤਾ ਹੋਇਆ ਹੈ ਕਿ ਹਰ ਕਿਸੇ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰਵਾ ਕੇ ਕਲਗੀਧਰ ਪਾਤਸ਼ਾਹ ਜੀ ਦੇ ਪੰਥ ਵਿੱਚ ਸ਼ਾਮਲ ਕਰ ਲਿਆ। ਅਸੀਂ ਤੇ ਇਹ ਸੋਚ ਕੇ ਤੁਰੇ ਹੋਏ ਕਿ ਇੱਥੇ ਕਹਿੰਦੇ ਕੋਈ ਅੰਮ੍ਰਿਤ ਛਕਣ ਨੂੰ ਤਿਆਰ ਹੀ ਨਹੀਂ। ਜਦੋਂ ਬਾਬਾ ਜੀ ਨੇ ਬਚਨ ਕੀਤੇ ਨਾ ਤੇ ਉਹ ਫਿਰ ਜਿਹੜੇ ਕੁਝ ਉੱਥੋਂ ਦੇ ਲੋਕਲ ਬੰਦੇ ਸਨ ਉਹ ਇਕੱਠੇ ਹੋ ਕੇ ਆਏ। ਉਹ ਕਹਿਣ ਲੱਗੇ ਬਾਬਾ ਜੀ ਇੱਥੇ ਨਾ ਟਰੱਕ ਯੂਨੀਅਨ ਦਾ ਇੱਕ ਪ੍ਰਧਾਨ ਹੈ, ਉਹਦਾ ਨਾਮ ਉਹਨਾਂ ਨੇ ਦੱਸਿਆ ਬਖਸ਼ੀ ਸਿੰਘ। ਬਖਸ਼ੀ ਸਿੰਘ ਹੈ ਇਹ ਟਰੱਕ ਯੂਨੀਅਨ ਦਾ ਪ੍ਰਧਾਨ ਹੈ ਤੇ ਬਾਬਾ ਜੀ ਇਹਦੇ ਮਗਰ ਬਹੁਤ ਸਾਰੇ ਬੰਦੇ, ਸਮਝੋ ਹਜ਼ਾਰਾਂ ਹੀ ਬੰਦੇ ਨੇ ਇਹਦੇ ਮਗਰ। ਤੁਸੀਂ ਇਹ ਬਖਸ਼ੀ ਸਿੰਘ ਨੂੰ ਤਿਆਰ ਕਰ ਲਓ, ਹਜ਼ਾਰਾਂ ਬੰਦਾ ਤਿਆਰ ਹੋ ਜਾਏਗਾ ਇਹਦੇ ਨਾਲ ਅੰਮ੍ਰਿਤ ਪਾਨ ਕਰਨ ਵਾਸਤੇ। ਬਾਬਾ ਜੀ ਕਹਿਣ ਲੱਗੇ ਚੰਗਾ ਫਿਰ ਕੱਲ ਨੂੰ ਨਾ ਉਹਨੂੰ ਲੈ ਕੇ ਆਇਆ, ਦੀਵਾਨ ਚ ਉਹਨੂੰ ਲੈ ਕੇ ਆਇਓ, ਅਸੀਂ ਬਚਨ ਕਰਨ ਤੋਂ ਬਾਅਦ ਫਿਰ ਉਹਨੂੰ ਮਿਲਾਂਗੇ। ਅਗਲੇ ਦਿਨ ਬਖਸ਼ੀ ਸਿੰਘ ਆ ਗਿਆ। ਉਹ ਬਖਸ਼ੀ ਸਿੰਘ ਦੇ ਪਾਸ ਪਹਿਲਾਂ ਵੀ ਮਹਾਂਪੁਰਸ਼ ਸੰਤ ਆਉਂਦੇ ਸਨ, ਕੋਈ ਕਿਸੇ ਸੇਵਾ ਵਾਸਤੇ, ਕੋਈ ਕਿਸੇ ਸੇਵਾ ਵਾਸਤੇ। ਬਾਬਾ ਈਸ਼ਰ ਸਿੰਘ ਜੀ ਮਹਾਰਾਜ ਉਹਨੂੰ ਕਹਿਣ ਲੱਗੇ ਭਾਈ ਬਖਸ਼ੀ ਸਿੰਘ ਅਸੀਂ ਤੇਰੇ ਤੋਂ ਕੁਝ ਮੰਗਣਾ ਹੈ, ਤੂੰ ਜਵਾਬ ਨਹੀਂ ਦੇਣਾ। ਉਹਦੇ ਮਨ ਵਿੱਚ ਉਹੀ ਖਿਆਲ ਆ ਗਿਆ ਕਿ ਅੱਗੇ ਵੀ ਮਹਾਂਪੁਰਸ਼ ਸੰਤ ਆਉਂਦੇ ਸਨ ਕਿ ਉਹ ਕੋਈ ਕਿਸੇ ਅਸਥਾਨ ਵਾਸਤੇ, ਕੋਈ ਕਿਸੇ ਹਸਪੀਟਲ ਵਾਸਤੇ, ਕਿਸੇ ਸਕੂਲ ਕਾਲਜ ਵਾਸਤੇ ਸੇਵਾ ਲੈ ਜਾਂਦੇ ਸਨ। ਤੇ ਇਹ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਇਹਨਾਂ ਮਗਰ ਕਾਫੀ ਸੰਗਤ ਹੈ, ਇਹਨਾਂ ਦੀ ਕਾਫੀ ਪ੍ਰਸਿੱਧੀ ਹੈ ਤੇ ਕੋਈ ਥੋੜੀ ਸੇਵਾ ਮੈਨੂੰ ਵੱਧ ਕਹਿ ਦੇਣ। ਉਹ ਬਖਸ਼ੀ ਸਿੰਘ ਦਾ ਖਿਆਲ ਪੈਸਿਆਂ ਤੇ ਚੁੱਕਿਆ ਹੋਇਆ ਸੀ। ਉਹਨੇ ਆਪਣੇ ਮਨ ਚ ਸੋਚ ਲਿਆ ਕੋਈ 20,000 ਦੇ ਦਿਆਂਗੇ, 25,000 ਦੇ ਦਿਆਂਗੇ, 50,000 ਦੇ ਦਿਆਂਗੇ। ਪੁਰਾਣੇ ਸਮੇਂ ਦੀ ਗੱਲ ਹੈ ਨਾ। ਅਖੀਰ ਬਾਬਾ ਜੀ ਨੇ 2 ਵਾਰੀ ਵਚਨ ਕੀਤਾ, ਤੀਜੀ ਵਾਰੀ ਬਾਬਾ ਜੀ ਕਹਿਣ ਲੱਗੇ ਦੇਖ ਲੈ ਗੁਰੂ ਸਾਹਿਬ ਦੀ ਹਜ਼ੂਰੀ ਚ ਖੜਾ ਹੈ, ਜਵਾਬ ਨਹੀਂ ਦੇਣਾ ਹੋਏਗਾ। ਉਹ ਕਹਿਣ ਲੱਗਿਆ ਕਿ ਮੈਂ ਜਵਾਬ ਨਹੀਂ ਦਿੰਦਾ, ਵਾਅਦਾ ਕਰਦਾ ਤੁਹਾਡੇ ਨਾਲ। ਤੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਫਿਰ ਉਹਨੂੰ ਕਹਿਣ ਲੱਗੇ ਕਿ ਮਾਲਕ ਦੀ ਕਿਰਪਾ ਨਾਲ ਸਾਨੂੰ ਦੁਨਿਆਵੀ ਮੰਗ ਤੇ ਤੇਰੇ ਪਾਸੋਂ ਕੋਈ ਨਹੀਂ, ਸਾਨੂੰ ਕੁਛ ਨਹੀਂ ਚਾਹੀਦਾ। ਹੋਰ ਬਾਬਾ ਜੀ, ਬਾਬਾ ਈਸ਼ਰ ਸਿੰਘ ਜੀ ਮਹਾਰਾਜ ਕਹਿਣ ਲੱਗੇ ਸਾਨੂੰ ਤੇਰੇ ਜੀਵਨ ਦੀ ਚਿੰਤਾ ਹੈ, ਅਸੀਂ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰਵਾਉਣਾ, ਸਾਡੀ ਇਹ ਹੋਈ ਮੰਗ ਹੈ, ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰਨਾ। ਜਦੋਂ ਇਹ ਵਚਨ ਬਾਬਾ ਜੀ ਨੇ ਕੀਤਾ ਤੇ ਬਖਸ਼ੀ ਸਿੰਘ ਨਾ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਖੜਾ ਸੀ ਤੇ ਉਹਦੇ ਖੜੇ ਦੇਣਾ ਅੱਖਾਂ ਤੋਂ ਪਾਣੀ ਆ ਗਿਆ, ਅੱਖਾਂ ਤੋਂ ਪਾਣੀ ਆਇਆ। ਬਾਬਾ ਜੀ ਨੂੰ ਕਹਿਣ ਲੱਗਿਆ ਬਾਬਾ ਜੀ ਮਹਾਂਪੁਰਸ਼ ਤੇ ਪਹਿਲਾਂ ਬੜੇ ਆਏ ਹਨ ਪਰ ਮੇਰੇ ਜੀਵਨ ਦਾ ਫਿਕਰ ਕਿਸੇ ਨੇ ਨਹੀਂ ਕੀਤਾ। ਆਪੋ ਆਪਣਾ ਫਿਕਰ ਕਰਦੇ ਰਹੇ ਪਰ ਮੇਰੇ ਜੀਵਨ ਦਾ ਜੇ ਫਿਕਰ ਕੀਤਾ ਹੈ ਤੇ ਕੋਈ ਤੁਸੀਂ ਕੀਤਾ ਹੈ। ਅੰਮ੍ਰਿਤ ਛਕਾਉਣਾ ਕੀ ਹੈ? ਜੀਵਨ ਬਣਾਉਣਾ। ਅਸਲ ਵਿੱਚ ਕੀ ਹੈ? ਜੀਵਨ ਜਾਚ। ਕਲਗੀਧਰ ਪਾਤਸ਼ਾਹ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਸਾਡਾ ਜੀਵਨ ਹੀ ਬਦਲਿਆ ਨਾ। ਅੰਮ੍ਰਿਤ ਦੀ ਦਾਤ ਲੈਣੀ ਉਹ ਸਮਝੋ ਹੈ ਗੁਰੂ ਵਾਲੇ ਬਣਨਾ, ਇੱਕ ਗੁਰੂ ਦੀ ਰੱਖੀ ਹੋਈ ਸ਼ਰਤ ਨੂੰ ਕਬੂਲ ਕਰ ਲੈਣਾ, ਆਪਣੀ ਅੰਦਰ ਦੀ ਅਭਿਮਾਨ ਨੂੰ ਛੱਡ ਕੇ ਸਿਰ ਝੁਕਾ ਕੇ ਗੁਰੂ ਦੀ ਰੱਖੀ ਹੋਈ ਉਸ ਸ਼ਰਤ ਨੂੰ ਪ੍ਰਵਾਨ ਕਰ ਲਿਆ। ਸਿਰ ਝੁਕਾ ਪ੍ਰਵਾਨ ਕਰਕੇ ਤੇ ਉਸ ਤੋਂ ਬਾਅਦ ਫਿਰ ਸਾਨੂੰ ਰਹਿਤ ਮਰਜ਼ਾਦਾ ਦੱਸੀ ਜਾਂਦੀ।
भई आ कुछ तुसी करना है, आ नहीं करना, आ चीज खानी है, आ नहीं खानी। सारी रहत मर्यादा विस्तार में दसी जाती है कि रहत मर्यादा को जो कोई धारण कर लेंदा है तो कुदरती गल है वह जिहड़ा जीवन है वो गुरु के दसे मार्ग पर चल पैंदा है। ते गुरु का दसिया मार्ग है जिहड़ा वो कित्थे ले जांदा है? परमात्मा दे चरण। गुरु का मार्ग तो सानू रब नाल मिलाउंदा है। बख्शी सिंह तैयार हो गया जी, वो कहने लगा जी मैं गुरु साहब की हजूरी च वादा कर लिया तुहाडे नाल, हुण ते मैं जवाब दे ही नहीं ना सकता, मैं जी अमृतपान करन नूं तैयार हां। हुण बख्शी सिंह ने ना 2-3 दिनां दे विच ही ते आपदे नाल कई सैकड़े बंदियां नूं तैयार कर लिया, क्योंकि वो वड्डा बंदा सी, ट्रक यूनीयन का प्रधान सी, जिहनूं भी कहंदा सी वो अगों जवाब नहीं सी दिंदा। सारे तैयार हो गए तो उत्थे फिर बाबा जी ने तकरीबन हज़ारां के हिसाब नाल ही ठंडे बाटे का अमृतपान करवाया। कत्ते जी का तो मैं बेनती कर रहा सी कि जिहड़े महापुरुष ने, संत ने, वो समझो इस बेड़ी के मलाह हुंदे ने, मलाह कि वो खा मखा ही सानू धक्के नाल ही कहते हैं कि संसार समुंदर तो पार हो जाओ, ये जिहड़ा बेड़ा है ना गुरु का बेड़ा, गुरु का जहाज है भाई, ये सवार हो जाओ। दीन दयाल भरोसा तेरा सब परिवार चढ़ाया बेड़े, जां तिस भावै तां हुक्म मनावै। फिर उस तो बाद हुक्म मनना होता है, इस बेड़े को पार लगा। फिर वो जिहड़ा गुरु का हुक्म है वो फिर जीवन के बेड़े को पार लगा देता है, संसार समुंदर तो पार हो जाएगा। तो साहब कहते हैं कोहे न किसी भी संग काहे गर्वी है, एक नाम आधार भौजल कर दिए। एक नाम के आधार, नाम के आसरे भवजल तो तर जाईदा है। मैं गरीब सच देख तू मेरे सतगुर पूरे, हे मेरे पूरे सतगुरु, मैनू गरीब नूं केवल तेरी ही टेक है जिहड़ी कि सच्ची है। गुरु की टेक सच्ची है। मैं गरीब सच टेक तू मेरे सतगुर पूरे, देख तुम्हारा दर्शनो मेरा मन धीरे। गुरु का दर्शन करके मन में धीरज प्राप्त होता है। सब संगत दर्शन च भी फर्क है। एक तो केवल दर्शन, एक है थोड़े अंतरीन दर्शन, एक तो बाहरी दर्शन जो असी करते हैं। बाबा नानक सिंह जी महाराज ने एक बार दसिया तरीके नाल मिसाल दे के समझाया कि 2 प्रकार की दृष्टि होती है। जिवें असी सिख हैं ना गुरु दे, ते गुरु के प्रति साडी जिहड़ी दृष्टि है वो किस प्रकार की है? वो 2 प्रकार की होती है मोटे तौर पर। 2 प्रकार की जिहड़ी, एक मालिक वाली दृष्टि ते एक नौकर वाली दृष्टि। वो किवें? बाबा जी कहते एक व्यापारी है हीरिया का, उन्हें वक्रे वक्रे डब्बिया में पा के समान रखा हुआ, कई बनौटी हीरे, कई होर गहने भी ने बनौटी। उन्हें सारे डब्बिया के समान पा के रखा हुआ ते डब्बिया के उत्ते नंबर लाए हुए। हुण मालिक को यह पता है, वो बैठा है ना काउंटर से, उन्होंने पता है कि डब्बे में किहड़ा समान पे। जदों कोई गाहक आउंदा ना उहदे पास ते वो नौकर नूं कहंदा फलाना डब्बा चक के लैके आ। जिहड़ी नौकर की दृष्टि है वो डब्बे ते है, ते मालिक की दृष्टि जिहड़ी डब्बे के अंदर चीज पई आ उहदे ते है। जदों मालिक कहंदा ना फलाना डब्बा लैके आ, मालिक नूं अंदर पई हुई डब्बे ते चीज दिस रही है, अंदर जिहड़ी चीज पई है। ते नौकर नूं डब्बा याद है भी 10 नंबर डब्बा फलाने थां ते रखिया, 5 नंबर फलाने थां ते रखिया, उहदी दृष्टि डब्बे ते है। भाव उहदी दृष्टि बाहर है, मालिक की दृष्टि अंदर है। बाबा जी कहते सिख की भी 2 प्रकार की दृष्टि है।
एक तो है सामने गुरु साहब जी के अज रवाला किहो जिहा लग्या है, अज हार किहो जिहा पाया है, अज गुरु साहब जी के सामने गुलदस्ते किहो जिहे रखे ने। ये तो बारी बारी है। इनू बाबा जी कहते सन ये नौकर वाली दृष्टि है। ते एक वो सिख ने ਜਿਹੜੇ ਕਹਿੰਦੇ ਨੇ ਅੱਜ ਗੁਰੂ ਘਰ ਗਏ ਸੀ, ਉੱਥੇ ਗੁਰੂ की ਬਾਣੀ ਦਾ ਕਿਹੜਾ ਸ਼ਬਦ ਪੜ੍ਹਿਆ ਗਿਆ, ਕਿਹੜੇ ਸ਼ਬਦ ਦੀ ਵਿਚਾਰ ਹੋਈ, ਉਸ ਸ਼ਬਦ ਦੀ ਵਿਚਾਰ ਦਾ ਭਾਵ ਕੀ ਸੀ। ਇਹ ਬਾਬਾ ਜੀ ਕਹਿੰਦੇ ਮਾਲਕ ਵਾਲੀ ਦ੍ਰਿਸ਼ਟੀ ਹੈ। ਭਾਵ ਇੱਕ ਮਾਲਕ ਹੈ ਤੇ ਇੱਕ ਨੌਕਰ ਹੈ, ਇੱਕ ਦ੍ਰਿਸ਼ਟੀ ਸੇਵਾ। ਬਾਬਾ ਨੰਦ ਸਿੰਘ ਜੀ ਕਹਿੰਦੇ ਸਨ ਜਿਹੜਾ ਨੌਕਰ ਵਾਲੀ ਦ੍ਰਿਸ਼ਟੀ ਰੱਖ ਕੇ ਸੇਵਾ ਕਰਦਾ ਹੈ ਉਹ ਨੌਕਰ ਹੀ ਰਹਿ ਜਾਂਦਾ ਹੈ, ਜਿਹੜਾ ਮਾਲਕ ਵਾਲੀ ਦ੍ਰਿਸ਼ਟੀ ਰੱਖ ਕੇ ਸੇਵਾ ਕਰਦਾ ਹੈ ਉਹ ਮਾਲਕ ਬਣ ਜਾਂਦਾ ਹੈ। ਉਚਾਰਨ ਕਰੋ ਸਤਨਾਮ ਸ੍ਰੀ ਗੁਰੂ। तो साथ संगत गुरु कृपा करे, रहमत करे, आप गुरु के दर्शन केवल बाहर ही ना करिए, गुरु के अंतरीव दर्शन भी करिए। देख तुम्हारा दर्शनों मेरा मन धीरे, सतगुरु सब को देखदा जेता जगत संसार, बिन डिठे मुक्त न होवई। वाहिगुरू डिठे मुक्त न होवई, केवल वेखण नाल मुक्त नहीं हुंदा, सारा संसार ही सतगुरु नूं देखदा है। डिठे मुक्त न होवई, जिचर शब्द न करे विचार। जदों तक गुरु के शब्द की विचार नहीं करता उदों तक केवल बाहरी दर्शन नाल मुक्ति प्राप्त नहीं होती। इन्नियां को बेनतियां प्रवान करनियां, भुलां चुकां दी खेमा करनी, सारे मिलके रसना पवित्र करिए। हर जस गायो संत जना दिल, हर जस गायो संत जना दिल। श्री वाहिगुरु जी। इक ओंकार सतगुर प्रसाद। सोरठ महला पंजवा। आकै सुख मेरे बीता, पाछे आनंद प्रभ कीता। परमेश्वर पंडित बनाई, फिर डोलत कतहु नाही। आकै सुख मेरे बीता, पाछे आनंद प्रभ कीता। परमेश्वर पंडित बनाई, फिर डोलत कतहु नाही। साचे साहिब सिम मन मानिया, हर सर्ब निरंतर जानिया रहाओ। सब जी तेरे दयाला, अपने भगत करे प्रतिपाला। अचरज तेरी वडियाई, नित नानक नाम ध्याई। सब जी तेरे दयाला, अपने भगत करे प्रतिपाला। अचरज तेरी वडियाई, नित नानक नाम ध्याई।